विद्यार्थियों सारिਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ और JS मैथ क्लासेस चैनल ਤੇ ਤੁਹਾਡਾ ਸਵਾਗਤ ਹੈ। ਵੈਲਕਮ ਡੀਅਰ ਸਟੂਡੈਂਟਸ। ਆਪਾਂ ਕਰ ਰਹੇ ਹਾਂ ਚੈप्टर ਨੰਬਰ 15 ਪ੍ਰੋਬੇਬਿਲਿਟੀ ਸੰਭਾਵਨਾ 10ਵੀਂ ਕਲਾਸ ਦਾ ਚੈप्टर ਹੈਗਾ ਜਿਹੜਾ ਅੱਜ ਜਦੋਂ ਆਪਾਂ ਪਾਰਟ 4 ਲੈ ਕੇ ਆਏ ਠੀਕ ਹੈ ਜੀ। ਪਾਰਟ 4 ਦੇ ਵਿੱਚ ਜਿਹੜਾ ਹੈਗਾ ਇਸ ਤੋਂ ਪਹਿਲਾਂ ਪਾਰਟ 3 ਤੱਕ ਵੀਡੀਓਜ਼ ਤੁਸੀਂ ਪਲੇਲਿਸਟ ਜਾ ਕੇ ਦੇਖ ਸਕਦੇ ਹੋ। ਖਾਸ ਕਰਕੇ ਪਾर्ट 1 ऑल कंसैप्ट ऑफ प्रोबेबिलिटी ਜਿਹੜਾ ਸਾਰਾ ਉਹਦੇ ਵਿੱਚ ਕੀਤਾ ਗਿਆ ਹੈਗਾ। ਜਿਹੜੇ ਬੱਚਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਔਰ ਪਿਛਲੀਆਂ ਵੀਡੀਓਜ਼ ਦੇਖਣ ਲਈ ਪਲੇਲਿਸਟ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ। ਅੱਜ ਆਪਾਂ ਸਟਾਰਟ ਕਰਦੇ ਹਾਂ ਪਾर्ट 4 ਦਾ ਕੁਐਸਚਨ ਨੰਬਰ 18 ਠੀਕ ਹੈ। ਐਕਸਰਸਾਈਜ਼ 15.1 ਦਾ ਕੁਐਸਚਨ ਨੰਬਰ ਹੈਗਾ 18। ਕੁਐਸਚਨ ਹੈਗਾ ਆਪਣੇ ਕੋਲ ਬੱਚੇ ਇੱਕ ਪੇਟੀ ਵਿੱਚ 90 ਪਲੇਟਾਂ ਹਨ ਠੀਕ ਹੈ। ਡਿਸਕਾਂ ਹੈਗੀਆਂ 90 ਡਿਸਕਸ ਹੈਗੀਆਂ ਇੱਕ ਪੇਟੀ ਵਿੱਚ ਇਹ ਬਾਕਸ ਵਿੱਚ ਔਰ ਉਹਨਾਂ ਹਰੇਕ ਡਿਸਕ 'ਤੇ ਨੰਬਰਿੰਗ ਕੀਤੀ ਗਈ ਹੈ। ਨੰਬਰਿੰਗ ਕਿੰਨੀ ਹੈਗੀ 1 ਤੋਂ ਲੈ ਕੇ 90 ਤੱਕ ਮਤਲਬ 1 ਨੰਬਰ ਡਿਸਕ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਇਸ ਤਰ੍ਹਾਂ ਕਰਕੇ 90 ਤੱਕ ਨੰਬਰ ਲਗਾਏ ਗਏ ਠੀਕ ਹੈ। ਸੰਖਿਆਵਾਂ ਲਿਖੀਆਂ ਗਈਆਂ ਹੈਗੀਆਂ। ਇੱਕ ਪਲੇਟ ਅਚਾਨਕ ਬਾਹਰ ਕੱਢੇ ਜਾਣ 'ਤੇ ਸੰਭਾਵਨਾ ਪਤਾ ਕਰੋ ਪ੍ਰੋਬੇਬਿਲਿਟੀ ਫਾਈਂਡ ਕਰੋ ਕਿ ਜਿਹੜਾ ਉਸ 'ਤੇ ਅੰਕ ਲਿਖਿਆ ਹੋਇਆ ਹੈ ਉਹ ਕੀ ਹੈ ਇੱਕ 2 ਅੰਕਾਂ ਦੀ ਸੰਖਿਆ ਠੀਕ ਹੈ। 2 ਅੰਕਾਂ ਦੀ ਸੰਖਿਆ ਹੈ। ਆਪਾਂ ਇਹ ਫਾਈਂਡ ਕਰਨਾ ਹੈਗਾ ਵੀ ਜਿਹੜੀ ਕੱਢੀ ਗਈ ਡਿਸਕ ਹੈਗੀ ਆ ਉੱਤੇ ਕੋਈ 2 ਅੰਕੀ ਸੰਖਿਆ ਹੈਗੀ ਹੈ ਮਤਲਬ 2 ਡਿਜਿਟ ਨੰਬਰ ਹੈ। ਕੁਐਸਚਨ ਕਲੀਅਰ ਹੋ ਗਿਆ ਜੀ। ਤਾਂ ਪਹਿਲਾਂ ਜੋ ਕੁਐਸਚਨ ਗਿਵਨ ਹੈਗਾ ਪਹਿਲਾਂ ਆਪਾਂ ਉਹਨੂੰ ਸੋਲਵ ਕਰਦੇ ਹੈਗੇ ਸਮਝਦੇ ਕੀ ਉਹਦੇ 'ਚ ਆਪਣੇ ਕੋਲੇ ਤਾਂ ਉਹਦੇ 'ਚ ਹੈ ਆਪਣੇ ਕੋਲੇ 90 ਤੱਕ ਸੰਖਿਆਵਾਂ ਹੈਗੀਆਂ ਠੀਕ ਹੈ। 1 ਤੋਂ ਲੈ ਕੇ 1 ਤੋਂ 90 ਤੱਕ ਸੰਖਿਆਵਾਂ ਠੀਕ ਹੈ ਜੀ। 1 ਤੋਂ 90 ਤੱਕ ਸੰਖਿਆਵਾਂ ਹੈਗੀਆਂ ਆਪਣੇ ਕੋਲੇ ਤਾਂ 1 ਤੋਂ 90 ਤੱਕ ਆਪਣੇ ਕੋਲ 90 ਸੰਖਿਆਵਾਂ ਬੱਚੇ ਠੀਕ ਹੈ। ਇਹਦੇ ਵਿੱਚ 2 ਅੰਕਾਂ ਵਾਲੀਆਂ ਕਿੰਨੀਆਂ ਸੰਖਿਆਵਾਂ ਬਣਨਗੀਆਂ ਆਪਣੇ ਕੋਲ 2 ਅੰਕਾਂ ਵਾਲੀਆਂ ਤੁਸੀਂ ਦੇਖੋ ਉਹਦੇ 'ਚ 1 ਅੰਕ ਵਾਲੀਆਂ ਕਿੰਨੀਆਂ ਸੰਖਿਆਵਾਂ ਬਣਦੀਆਂ ਦੇਖੋ 1 ਅੰਕ ਵਾਲੀਆਂ ਬਣਨਗੀਆਂ ਆਪਣੇ ਕੋਲ 1 2 3 4 5 6 7 8 ਤੇ 9 ਜਦੋਂ 10 ਆ ਗਿਆ 2 ਅੰਕੀ ਸੰਖਿਆ ਆ ਗਈ। ਇਟ ਮੀਨਸ ਉੱਪਰ ਸਾਰੀਆਂ 2 ਅੰਕਾਂ ਵਾਲੀਆਂ ਸੰਖਿਆਵਾਂ ਕੀ ਕਿੰਨੇ ਰਹਿ ਗਈਆਂ 1 2 3 4 5 6 7 8 9 ਵੈਸੇ ਵੀ ਪਤਾ ਹੀ ਹੈ 90 ਚੋਂ ਆਪਾਂ ਜਦੋਂ ਥੱਲੇ ਵਾਲੇ 9 ਕਢਾ ਲਈਏ ਤਾਂ 81 ਸੰਖਿਆਵਾਂ ਬਚਦੀਆਂ ਤਾਂ ਆਪਣੇ ਕੋਲ 2 ਅੰਕਾਂ ਵਾਲੀਆਂ ਸੰਖਿਆਵਾਂ ਕਿੰਨੇ ਬਚ ਗਈਆਂ 2 ਅੰਕੀ ਸੰਖਿਆਵਾਂ ਮਤਲਬ 2 ਡਿਜਿਟ ਨੰਬਰਸ ਕਿੰਨੇ ਬਣ ਗਏ ਆਪਣੇ ਕੋਲੇ ਟੋਟਲ 90 ਸੀਗੇ 9 ਮਾਈਨਸ ਕਰ ਦਿਓ ਤਾਂ ਰਹਿ ਗਏ ਆਪਣੇ ਕੋਲੇ 81 ਨੰਬਰਸ ਜਿਹੜੇ ਹੋਣਗੇ ਐਸੇ ਹੋਣਗੇ ਜਿਹੜੇ 2 ਡਿਜਿਟ ਨੰਬਰ ਹੋਣਗੇ ਠੀਕ ਹੈ। ਤਾਂ ਫੇਵਰੇਬਲ ਆਊਟਕਮ ਕਿੰਨੇ ਬਣ ਗਏ 81 ਬਣ ਗਏ ਆਪਣੇ ਇਸ ਪ੍ਰੋਬੇਬਿਲਿਟੀ ਦੇ ਅਕੋਰਡਿੰਗਲੀ। ਤਾਂ ਪ੍ਰੋਬੇਬਿਲਿਟੀ ਆਫ ਇਹ ਪਾਰਟ ਆਪਾਂ ਕਰਦੇ ਹਾਂ 2 ਡਿਜਿਟ ਨੰਬਰ ਕਿੰਨਾ ਆਏਗਾ ਆਪਣੇ ਕੋਲੇ ਫੇਵਰੇਬਲ ਆਊਟਕਮ ਕਿੰਨੇ ਬਣ ਗਏ ਵੀ 81 ਤੇ ਟੋਟਲ ਆਊਟਕਮ ਕਿੰਨੇ ਸੀ ਆਪਣੇ ਕੋਲੇ ਟੋਟਲ ਸੰਖਿਆਵਾਂ ਹੈਗੀਆਂ 90 ਤਾਂ 90 ਆ ਗਿਆ ਠੀਕ ਹੈ। ਤਾਂ ਇਹਨੂੰ ਆਪਾਂ ਕੱਟ ਕਰ ਸਕਦੇ ਹੈਗੇ ਹਾਂ ਠੀਕ ਹੈ। 9 9s are 81 and 9 10s are 90 ਤਾਂ 9 ਬਟਾ ਕਿੰਨਾ ਆ ਗਿਆ 10 ਫਸਟ ਦਾ ਆਨਸਰ ਆ ਗਿਆ। ਸੈਕਿੰਡ ਇੱਕ ਪੂਰਨ ਵਰਗ ਸੰਖਿਆ ਚਾਹੀਦੀ ਆਪਾਂ ਨੂੰ ਜਸਟ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਔਰ ਕਨਸੈਪਟ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਸਾਰੇ। ਇੱਕ ਪੂਰਨ ਵਰਗ ਸੰਖਿਆ ਪ੍ਰੋਬੇਬਿਲਿਟੀ ਆਫ ਪੂਰਨ ਵਰਗ ਯਾਨੀ ਕਿ ਪਰਫੈਕਟ ਸਕੁਆਇਰ ਫਾਈਂਡ ਕਰਨਾ ਆਪਾਂ ਨੂੰ। ਪਰਫੈਕਟ ਸਕੁਆਇਰ ਫਾਈਂਡ ਕਰ ਲਈਏ ਪਹਿਲਾਂ ਆਪਾਂ ਦੇਖੋ ਪਰਫੈਕਟ ਸਕੁਆਇਰ ਹੁੰਦਾ ਕੀ ਆ ਪੂਰਨ ਵਰਗ ਕੀ ਹੁੰਦਾ ਹੈਗਾ ਤਾਂ ਆਪਾਂ ਵਰਗ ਕਰਦੇ ਹੈਗੇ ਦੇਖੋ 1 ਦਾ ਵਰਗ ਕਿੰਨਾ ਆ ਗਿਆ ਆਪਣੇ ਕੋਲੇ 1 2 ਦਾ ਵਰਗ ਕਿੰਨਾ ਆਏਗਾ ਵੀ ਆਪਣੇ ਕੋਲੇ 4 3 ਦਾ ਵਰਗ 9 ਤਾਂ ਇਹ ਸੰਖਿਆਵਾਂ ਜਿਹੜੀਆਂ ਹੈਗੀਆਂ ਆਪਣੇ ਕੋਲੇ ਪਰਫੈਕਟ ਸਕੁਆਇਰ ਹੈ ਪੂਰਨ ਵਰਗ ਸੰਖਿਆਵਾਂ ਹੈਗੀਆਂ। ਤਾਂ ਆਪਾਂ ਪਤਾ ਇਹ ਕਰਨਾ ਵੀ 90 ਤੱਕ ਇਹੋ ਜਿਹੀਆਂ ਕਿੰਨੀਆਂ ਸੰਖਿਆਵਾਂ ਬਣਦੀਆਂ ਜਿਹੜੀਆਂ ਪੂਰਨ ਵਰਗ ਹੈ। ਕੈਰੀ ਔਨ 4 ਦਾ ਸਕੁਆਇਰ ਕਿੰਨਾ ਆ ਗਿਆ ਆਪਣੇ ਕੋਲੇ 16 5 ਦਾ ਸਕੁਆਇਰ 25 6 ਦਾ ਸਕੁਆਇਰ 36 7 ਦਾ ਸਕੁਆਇਰ 49 ਐਵੇਂ ਹੀ ਕਰਦੇ ਕਰਦੇ ਆਪਣੇ ਕੋਲੇ 8 ਦਾ ਬਣ ਗਿਆ 64 9 ਦਾ ਬਣ ਗਿਆ 81 ਐਂਡ 10 ਦਾ ਬਣ ਗਿਆ 100। ਨਾ 100 ਜਿਹੜਾ ਹੈਗਾ ਆਪਣੇ ਕੋਲ 90 ਤੋਂ ਜ਼ਿਆਦਾ ਹੋ ਗਿਆ ਆਪਾਂ ਇਹ ਨਹੀਂ ਕਾਊਂਟ ਕਰਨਾ ਇਹਨੂੰ ਛੱਡ ਦਿਓ। ਤਾਂ ਉੱਪਰ ਗਿਆ ਨੂੰ ਕਿੰਨੇ ਹੋ ਗਏ ਤਾਂ ਇਹ ਸੰਖਿਆਵਾਂ ਕਿਹੜੀਆਂ ਬਣ ਗਈਆਂ ਆਪਣੀਆਂ ਪੂਰਨ ਵਰਗ ਸੰਖਿਆਵਾਂ ਪਰਫੈਕਟ ਸਕੁਆਇਰ ਬਣ ਗਏ ਠੀਕ ਹੈ। ਮਤਲਬ ਇਹਦਾ ਪੂਰਾ ਸਕੁਆਇਰ ਬਣਦਾ ਸਕੁਆਇਰ ਰੂਟ ਫਾਈਂਡ ਕਰ ਸਕਦੇ ਹਾਂ 4 ਦਾ 2 9 ਦਾ 3 14 ਦਾ 16 ਦਾ 4 ਐਂਡ ਸੋ ਔਨ ਕਿੰਨੇ ਬਣ ਗਏ 1 2 3 4 5 6 7 8 9 9 ਜਿਹੜੇ ਹੈਗੇ ਆ ਫੇਵਰੇਬਲ ਕੇਸਿਸ ਬਣ ਗਏ ਆਪਣੇ ਅਕੋਰਡਿੰਗ ਟੂ ਦਿਸ ਇਵੈਂਟ ਪੂਰਨ ਵਰਗ ਸੰਖਿਆ ਯਾਨੀ ਕਿ ਪਰਫੈਕਟ ਸਕੁਆਇਰ ਸਮਝ ਲੱਗ ਗਈ। ਤਾਂ ਫੇਵਰੇਬਲ ਆਊਟਕਮਸ ਫਾਈਂਡ ਕਰ ਲਏ ਕਿੰਨੇ ਆ ਗਏ ਆਪਣੇ ਕੋਲੇ 9 ਤੇ ਟੋਟਲ ਕਿੰਨੇ ਹੈਗੇ ਆ 90
टोटल तो 90 हुई है ना, इनू कट कर लो, 9 1 9, 9 10 90, तो 1/10 ਇਹਦਾ आंसर आ गया। क्लीयर। और लास्ट पार्ट हैगा 5 ਨਾਲ ਵੰਡੀ ਜਾਣ ਵਾਲੀ ਸੰਖਿਆ। 5 ਨਾਲ ਵੰਡੀ ਜਾਣ ਵਾਲੀ ਸੰਖਿਆ। ਹੁਣ 90 ਤੱਕ ਉਹ ਸੰਖਿਆਵਾਂ ਲੱਭਣੀਆਂ ਜਿਹੜੀਆਂ 5 ਦੇ ਪਹਾੜੇ 'ਚ ਆਉਂਦੀਆਂ, ਮਤਲਬ 5 ਦੇ ਟੇਬਲ 'ਚ ਆਉਂਦੀਆਂ। ਠੀਕ ਹੈ, ਤਾਂ ਸਿੱਧਾ ਹੀ ਤੁਸੀਂ ਜਦੋਂ 90 ਨੂੰ 5 ਨਾਲ ਡਿਵਾਈਡ ਕਰੋਗੇ ਕਿੰਨਾ ਆ ਗਿਆ, 90 ਨੂੰ 5 ਨਾਲ ਡਿਵਾਈਡ ਕਰੋਗੇ ਕਿੰਨਾ ਆ ਜਾਏਗਾ ਤੁਹਾਡੇ ਕੋਲੇ, 18 5 90। ਤਾਂ 18 ਸੰਖਿਆਵਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਹੜੀਆਂ 5 ਦੇ ਟੇਬਲ 'ਚ ਹੋਣਗੀਆਂ। ਤੁਸੀਂ ਡਿਵਾਈਡ ਕਰਕੇ ਦੇਖ ਸਕਦੇ ਹੋ, ਜਾਂ ਟੇਬਲ ਪੜ੍ਹ ਲਓ 5 ਦਾ, ਕਰਦੇ ਕਰਦੇ ਆਪਣੇ ਕੋਲ ਕਿੰਨੀਆਂ ਆ ਜਾਣਗੀਆਂ, ਇਹ 18 ਸੰਖਿਆਵਾਂ ਬਣਨਗੀਆਂ। ਜਿਸ ਤਰ੍ਹਾਂ ਪੜ੍ਹ ਲਿਖੀਆਂ ਤੁਸੀਂ 5 ਦੇ ਮਲਟੀਪਲਸ ਲਿਖ ਲਿਓ। ਠੀਕ ਹੈ, 18 ਬਣਨਗੇ। ਤਾਂ ਵੈਸੇ ਵੀ ਆਪਾਂ ਇਸ ਤਰ੍ਹਾਂ ਈਜ਼ੀਲੀ ਫਾਈਂਡ ਕਰ ਸਕਦੇ ਹਾਂ, 90 ਨੂੰ 5 ਨਾਲ ਡਿਵਾਈਡ ਕਰ ਲਓ, 18 5 90, ਤਾਂ 18 ਮਲਟੀਪਲ ਹੋਣਗੇ ਜਿਹੜੇ ਆਪਣੇ ਕੋਲੇ 5 ਦੇ ਹੋਣਗੇ 90 ਤੱਕ। ਤਾਂ ਸੀ ਪਾਰਟ ਦੀ ਪ੍ਰੋਬੇਬਿਲਿਟੀ ਕਿੰਨੀ ਆ ਗਈ, ਮਲਟੀਪਲ ਆਫ 5, ਮਲਟੀਪਲ ਆਫ 5, ਤਾਂ ਕਿੰਨੇ ਹੋਣਗੇ ਜਾਂ ਡਿਵੀਜ਼ੀਬਲ ਆਫ 5 ਲਿਖ ਲਓ। ਠੀਕ ਹੈ, ਤਾਂ ਕਿੰਨਾ ਆਏਗਾ, ਟੋਟਲ ਹੈ 18। ਫੇਵਰੇਬਲ ਆਊਟਕਮਸ ਆ ਗਏ ਆਪਣੇ ਕੋਲ 18, ਟੋਟਲ ਸੀਗੇ 90, ਤਾਂ ਇਹਨੂੰ ਡਿਵਾਈਡ ਕਰੋਗੇ 18 ਕਮ 18, 18 5 90, ਤਾਂ 1/, ਕਿੰਨਾ ਆ ਗਿਆ 5। ਮੈਂ ਅਗੇਨ ਚੈੱਕ ਕਰ ਦਿੰਦਾ ਕਿ ਸਾਰੇ ਆਨਸਰ ਦੇਖੋ ਤੁਸੀਂ 1 ਤੋਂ ਛੋਟੇ ਹੀ ਆਉਣਗੇ। ਆਪਾਂ ਸਟਾਰਟਿੰਗ 'ਚ ਪੜ੍ਹਿਆ ਸੀ ਫਸਟ ਵੀਡੀਓ 'ਚ ਕਿ ਕਿਸੇ ਵੀ ਈਵੈਂਟ ਦੀ ਜਿਹੜੀ ਪ੍ਰੋਬੇਬਿਲਿਟੀ ਹੈਗੀ ਆ ਉਹ ਕਿੰਨੀ ਆ ਸਕਦੀ ਹੈਗੀ ਆ, 0 ਤੋਂ ਵੱਡੀ ਹੋਊਗੀ ਹਮੇਸ਼ਾ ਹੀ, ਔਰ 1 ਤੋਂ ਛੋਟੀ ਹੋਊਗੀ, ਲੈਸ ਦੈਨ 1। ਠੀਕ ਹੈ, ਆਲ ਆਰ ਲੈਸ ਦੈਨ 1 ਐਂਡ ਮੋਰ ਦੈਨ 0। ਠੀਕ ਹੈ, ਦਿਸ ਇਜ਼ ਆਂਸਰ ਆਫ ਪਾर्ट सी। इट्स या क्वेश्चन नंबर 18। समझ लगी बच्चे? हाँ जी। तो इस तो बाद क्वेश्चन नंबर अपने को है 20। क्वेश्चन नंबर 20। क्वेश्चन नंबर 20 ਦੇ ਵਿੱਚ ਆਪਾਂ ਨੂੰ ਗਿਵਨ ਹੈਗਾ, ਤੁਸੀਂ ਸਟੇਟਮੈਂਟ ਬੁੱਕ ਦੇ ਉੱਪਰ ਦੇਖ ਸਕਦੇ ਹੋ। ਉਹਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਇੱਕ ਆਪਣੇ ਕੋਲੇ ਆਇਤਾਕਾਰ ਬਾਕਸ ਹੈ, ਯਾਨੀ ਕਿ ਰੈਕਟੈਂਗੂਲਰ ਬਾਕਸ ਹੈਗਾ। ਠੀਕ ਹੈ, ਇੱਕ ਉਹਦੇ ਵਿੱਚ ਆਪਣੇ ਕੋਲੇ ਸਰਕੂਲਰ ਏਰੀਆ ਬਣਿਆ ਹੋਇਆ, ਕੁਛ ਸਰਕਲ ਬਣਿਆ ਹੋਇਆ ਹੈਗਾ, ਔਰ ਸਰਕਲ ਦਾ ਡਾਇਆਮੀਟਰ ਕਿੰਨਾ ਹੈ 1 ਮੀਟਰ, मतलब ਇਹਦਾ ਵਿਆਸ 1 ਮੀਟਰ ਹੈ, ਔਰ ਇਸ ਆਇਤ ਦੀ ਲੰਬਾਈ 3 ਮੀਟਰ, ਚੌੜਾਈ ਕਿੰਨੀ ਹੈਗੀ 2 ਮੀਟਰ, ਲੈਂਥ 3, ਬ੍ਰੈਥ ਕਿੰਨੀ ਹੈਗੀ 2 ਮੀਟਰ। ਕੁਐਸਚਨ ਉਹਨੇ ਕੀ ਪੁੱਛਿਆ ਹੈਗਾ, ਆਪਾਂ ਇੱਕ ਡਾਈ ਸੁੱਟਦੇ ਹੈਗੇ ਆ। ਠੀਕ ਹੈ, ਡਾਈ ਸੁੱਟਦੇ ਆ ਤਾਂ ਡਾਈ ਜਿਹੜੀ ਹੈਗੀ ਆ ਉਹ ਇਸ ਏਰੀਏ ਦੇ ਵਿੱਚ ਡਿੱਗੇ। ਇਸ ਤਰ੍ਹਾਂ ਕਰਕੇ ਆਪਾਂ ਜੋ ਡਾਈ ਸੁੱਟਦੇ ਹੈਗੇ ਆ ਤਾਂ ਉਹ ਡਾਈ, ਤਾਂ ਆਪਾਂ ਇੱਕ ਛੋਟੀ ਰੇਜ਼ਰ ਲੈਂਦੇ ਕਿਉਂਕਿ ਡਾਈ ਵੱਡੀ ਮੇਰੇ ਕੋਲੇ, ਤਾਂ ਜਦੋਂ ਉਹ ਮਤਲਬ ਇਸ ਏਰੀਏ 'ਚ ਨਹੀਂ ਡਿੱਗਣੀ ਚਾਹੀਦੀ, ਜਦੋਂ ਆਪਾਂ ਸੁੱਟਦੇ ਆ ਤਾਂ ਇੱਥੇ ਆ ਕੇ ਡਿੱਗੇ ਸਰਕਲ ਦੇ ਵਿੱਚ, ਤਾਂ ਸਰਕਲ ਦੇ ਵਿੱਚ ਕਿਵੇਂ ਡਿੱਗੇਗੀ, ਇਟ ਮੀਨਸ ਓਨਲੀ ਆਪਣੇ ਅਕੋਰਡਿੰਗ ਟੂ ਦਿਸ ਇਵੈਂਟ ਫੇਵਰੇਬਲ ਏਰੀਆ ਕਿਹੜਾ ਹੋ ਗਿਆ ਆਪਣਾ, ਦਿਸ ਸਰਕਲ ਓਨਲੀ। ਹੁਣ ਇਹ ਕਿਹਾ ਵੀ ਡਾਈ ਵਿਲ ਲੈਂਡ ਇਨ ਦਾ ਸਰਕਲ, ਤਾਂ ਫੇਵਰੇਬਲ ਏਰੀਆ ਤਾਂ ਫਿਰ ਸਰਕਲ ਹੀ ਰਹਿ ਗਿਆ ਆਪਣੇ ਕੋਲੇ। ਫਾਰਮੂਲਾ ਪ੍ਰੋਬੇਬਿਲਿਟੀ ਦਾ ਫੇਵਰੇਬਲ ਓਵਰ ਟੋਟਲ। ਠੀਕ ਹੈ, ਫੇਵਰੇਬਲ ਇੱਥੇ ਕੀ ਬਣ ਗਿਆ, ਸਰਕਲ, ਏਰੀਆ ਆਫ ਸਰਕਲ ਆ ਗਿਆ, ਤੇ ਟੋਟਲ ਕੀ ਬਣ ਗਿਆ, ਏਰੀਆ ਆਫ ਰੈਕਟੈਂਗਲ ਹੋ ਗਿਆ। ਠੀਕ ਹੈ, ਦੈਨ ਆਨਸਰ ਕਿੰਨਾ ਆਏਗਾ ਆਪਣੇ ਕੋਲ ਦੇਖਦੇ ਹਾਂ। ਤਾਂ ਫੇਵਰੇਬਲ ਪਹਿਲਾਂ ਏਰੀਆ ਲੈ ਲਈਏ ਆਪਾਂ, फेवरेबल एरिया मीनस क्या आ गया, एरिया ऑफ सर्कल, एरिया ऑफ सर्कल कितना आएगा अपने को, सर्कल का फॉर्मूला होंगे पाई आर स्क्वायर, एरिया ऑफ सर्कल की होंगे पाई आर स्क्वायर, एंड आर इतने कितनी हैगी अपने को दसो, अपन गिवन है डायमीटर, मतलब व्यास कितना गिवन है, व्यास यानी कि डी कितना गिवन है अपने को 1 मीटर, तो रेडियस कितना आ जाएगा, ਇਹਦਾ हाफ हो जाएगा, 1/2 मीटर हो जाएगा। ठीक है, तो इतने पुट कर दो पाई इंटू 1/2 का स्क्वायर, ये बन गया अपने को पाई 1/2 स्क्वायर कितना बन गया 1/4, से नाल मल्टीप्लाई करता 1/4। ठीक है, तो ये बन गया पाई/4 बन गया, दैट इज इक्वल टू पाई/4 स्क्वायर यूनिट्स, क्योंकि एरिया ले रहे हैं आप, ये स्क्वायर यूनिट्स आऊगा। ठीक है, मीटर है तो आप स्क्वायर मीटर ही लवेंगे, सॉरी इतने मीटर गिवन है ना अपन, तो इतने स्क्वायर यूनिट लिखने की बजाय आप स्क्वायर मीटर लिखेंगे। ठीक है, पाई/4 स्क्वायर मीटर, एरिया ऑफ सर्कल आ गया, दिस इज फेवरेबल एरिया बन गया अपना, फेवरेबल एरिया अकॉर्डिंग टू इवेंट दिस। तो टोटल एरिया की है अपने को, टोटल एरिया कितना है, टोटल एरिया मीनस एरिया ऑफ रैक्टेंगल लेना आप, एरिया ऑफ रैक्टेंगल, एरिया ऑफ रैक्टेंगल की होंगे बच्चे, हाँ जी जिस कारण तुम बोलो यस, लेंथ इंटू ब्रैथ, शाबाश, लेंथ इंटू ब्रैथ। तो लेंथ कितनी है अपनी इतने 3 है, और ब्रैथ कितनी है 2, तो कितना आ गया अपने को एरिया 3 × 2 दैट इज इक्वल टू 6 स्क्वायर मीटर। क्लियर हो गया, ये है टोटल एरिया, एंड दिस इज द
ਰਿਕੁਆਇਰਡ ਫੇਵਰੇਬਲ ਏਰੀਆ ਅਕੋਰਡਿੰਗ ਟੂ ਦਿਸ ਇਵੈਂਟ। ਤਾਂ ਆਪਾਂ ਨੇ ਫਾਈਂਡ ਕਰਨਾ ਹੈਗਾ ਪ੍ਰੋਬੇਬਿਲਿਟੀ ਆਫ ਦਿਸ, ਦੈਨ ਪ੍ਰੋਬੇਬਿਲਿਟੀ ਆਫ die will land in the circle, ਇਹ ਫਾਈਂਡ ਕਰਨੀ ਆਪਾਂ। ਕਿੰਨਾ ਹੋਊਗਾ ਫੇਵਰੇਬਲ ਏਰੀਆ, ਦੈਟ ਇਜ਼ ਕਿੰਨਾ ਸੀਗਾ π/4। ਓਵਰ ਹੈ ਟੋਟਲ ਏਰੀਆ ਕਿੰਨਾ ਹੈ 6, ਸਮਝ ਲੱਗ ਗਈ। π/4 ਡਿਵਾਈਡਡ ਬਾय 6, ਤਾਂ 6 ਨੀਚੇ ਮਲਟੀਪਲਾਈ ਹੋ ਜਾਏਗਾ, ਇਟ ਕੈਨ ਬੀ ਰਿਟਨ ਐਜ਼, ਇਹ ਇੱਥੇ ਰਹਿ ਜੂ, ਠੀਕ ਹੈ। ਤਾਂ π/4 × 6 ਕਿੰਨਾ ਆ ਗਿਆ ਆਪਣੇ ਕੋਲ 6 ਚੌਕਾ 24, π/24। ਤਾਂ ਰਿਕੁਆਇਰਡ ਪ੍ਰੋਬੇਬਿਲਿਟੀ ਕਿੰਨੀ ਆ ਗਈ ਆਪਣੇ ਕੋਲੇ π/24। ਦਿਸ ਇਜ਼ ਆਂਸਰ। ਸਮਝ ਲੱਗੀ ਵੀ, ਦਿਸ ਵਾਜ ਦਾ ਕੁਐਸਚਨ ਐਂਡ ਦਿਸ ਇਜ਼ ਦਾ ਆਂਸਰ। ਸਮਝ ਲੱਗੀ ਕੁਐਸਚਨ ਦੀ, ਮਤਲਬ ਡਿਫਰੈਂਟ ਸੀ ਕੁਐਸਚਨ, ਬਟ ਕੰਸੈਪਟ ਤਾਂ ਉਹੀ ਨਾ ਆਪਣਾ। ਕੰਸੈਪਟ ਕੀ ਆ ਫੇਵਰੇਬਲ ਓਵਰ ਕੀ ਹੈਗਾ ਟੋਟਲ। ਉਹ ਇੱਥੇ ਏਰੀਆ ਦੀ ਗੱਲ ਕੀਤੀ ਸੀ, ਆਪਾਂ ਨੇ ਏਰੀਆ ਫਾਈਂਡ ਕਰਕੇ ਲਿਖਤਾ। ਇਹ ਤਾਂ ਬੇਸਿਕ ਫਾਰਮੂਲੇ ਹੈਗੇ ਆਪਣੇ। ਤੋ ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ, ਕੁਐਸਚਨ ਨੰਬਰ 21। क्वेश्चन नंबर 21। तो 21 क्वेश्चन नंबर की बच्चे, क्वेश्चन नंबर 21 है करके, ए लॉट कंसिस्ट ऑफ 144 बॉल पेन्स, 20 आर डिफेक्टिव, अदर आर गुड। ठीक है, हम क्वेश्चन बस इन्ना की समझना आप। मेन की है लॉट कंसिस्ट ऑफ 144 बॉल पेन्स, टोटल पेन किन्ने 144 बॉल पेन टोटल है, ठीक है। तो उन्होंने ही की है 20 आर डिफेक्टिव, अलग तो नहीं है, ठीक है। इन्होंने 144 के ही जोड़े है 20 की है डिफेक्टिव है, समझ लगी। तो बाकी की है अदर आर गुड, बाकी की नहीं गुड पेन है, सही पेन है सारे। तो ये दो चीज़ा आ गई अपने को गुड एंड डिफेक्टिव, ठीक है। तो पहले अपने ही फाइंड कर लेने हैं। तो टोटल पेन किन्ने है अपने को भी, टोटल पेन है जी अपने कोल 144। ये डिफेक्टिव किन्ने है, डिफेक्टिव है जी अपने को 20। तो गुड किन्ने रह गए फिर अपने को, ठीक है। गुड पेन रह गया अपने को 144 - 20, दैट इज इक्वल टू 124 पेन बॉल पेन्स, ठीक है। इन्ने अपने को गुड पेन रह गए, ठीक है। तो गुड पेन आ गया अपने को, तो ये आ गया अपने को गुड पेन। हम क्वेश्चन की सी नाउ Nuri will buy a pen if it is good and will not buy if it is defective। मतलब ਨੂਰੀ ਨੇ ਪੈਨ ਤਾਂ ਹੀ ਖਰੀਦਣਾ ਜੇ ਪੈਨ ਚੰਗਾ ਹੋਊਗਾ, ਡਿਫੈਕਟਿਵ ਹੋਊਗਾ ਤਾਂ ਨਹੀਂ ਖਰੀਦਣਾ ਉਹਨੇ ਪੈਨ ਲੈਣ ਗਈ ਨਾ। ਤਾਂ ਸ਼ਾਪਕੀਪਰ ਨੇ ਉਹ ਸਾਰੇ ਲੋਟ ਵਿੱਚੋਂ ਇੱਕ ਪੈਨ ਕੱਢਿਆ, ਸ਼ਾਪਕੀਪਰ ਨੇ ਇੱਕ ਪੈਨ ਕੱਢਿਆ। ਵਟ ਇਜ਼ ਦਾ ਪ੍ਰੋਬੇਬਿਲਿਟੀ ਦੈਟ ਸ਼ੀ ਵਿਲ ਬਾਏ ਇਟ, ਵੀ ਜਿਹੜਾ ਪੈਨ ਕੱਢਿਆ ਉਹ ਉਹਨੂੰ ਬਾਏ ਕਰ ਲਵੇ, ਇਹਦੀ ਕੀ ਸੰਭਾਵਨਾ ਹੈ। ਬਾਏ ਉਹਨੇ ਕਿਹੜਾ ਕਰਨਾ ਸੀ, ਆਪਾਂ ਲਿਖਿਆ ਸੀਗਾ ਸ਼ੀ ਵਿਲ ਬਾਏ ਓਨਲੀ ਆ ਗੁੱਡ ਪੈਨ, ठीक है। गुड पेन ही बाय करू, शी विल बाय इट, ये फाइंड करना आप। तो प्रोबेबिलिटी ऑफ शी विल बाय कदों करूगी जो गुड होगा पेन है ना। तो गुड पेन किन्ने रह गए से अपने को, गुड दे बाय कदों करना चाहिए लिखा ना, इफ इट इज़ गुड। स्टेटमेंट सो ध्यान पढ़ो, इफ इट इज़ गुड। तो गुड पेन लभने आप, गुड पेन किन्ने है 124, ये फेवरेबल हो गए। टोटल पेन आपको पता ही किन्ने 144 से, बस इन्ना ही काम है। इन्हें कट सकते हैं, ठीक है। 2 के टेबल कट कर दो, 62 आ गया, 72 आ गया, इन्हों फिर 2 के टेबल कट करो, 31 आ गया, 36 आ गया। तो आंसर कितना आ गया 31/36। क्लीयर है ना। एंड सेकेंड पार्ट पूछा शी विल नॉट बाय इट, दिस वाज ए एंड दिस इज बी। शी विल नॉट बाय इट मतलब उन्होंने ना खरीदे, तो सीधा ही है। हम वह आप फार्मूला भी किया है, जो एक ओपोजिट फाइंड करना हो यस और नो वाले सम के ही होंगे। जे यस वाली फाइंड कर ली तो नो वाली फाइंड करनी, उन्होंने 1 चो माइनस कर दो, ठीक है। ये हो गया। या फिर सीधा फार्मूला अपने को भी है शी विल नॉट बाय इट, बाय कदों नहीं करती सी वो, इफ इट इज़ डिफेक्टिव। डिफेक्टिव पेन हो तो ही नहीं बाय करना। डिफेक्टिव पेन लभ लो किन्ने से, डिफेक्टिव पेन से 20, आप भी कर सकते हैं। तो ये अकॉर्डिंगली अपने फेवरेबल पेन किन्ने बन गए 20, क्योंकि क्या ना शी विल नॉट बाय इट, नॉट बाय कदों सीगा इफ इट इज़ डिफेक्टिव। स्टेटमेंट क्लीयर किया होया, ठीक है। डिफेक्टिव पेन लभ लो किन्ने से 20 से, तो टोटल पेन तो 144 ही है। तुसीं इहनूं भी कट कर सकते हैं, ठीक है। ये किहड़े टेबल नाल कट करोगे इहनूं, 4 के टेबल नाल, 4 के टेबल नाल कट कर लो। 4 5 are 20 and 4 36 are
144, तो आंसर आएगा 5/36। ठीक है, ਸਮਝ ਲੱਗ ਗਈ। ਸੈਕਿੰਡ ਮੈਥਡ ਤੁਹਾਨੂੰ ਦੱਸ ਰਿਹਾ ਸੀ ਮੈਂ ਕੀ ਸੀਗਾ ਉਹ, ਜੇ ਆਪਾਂ ਵੈਸੇ ਫਾਈਂਡ ਕਰਨਾ ਹੁੰਦਾ ਉਹਨੂੰ ਆਪਾਂ 1 ਚੋਂ ਆਹ ਵਾਲੀ ਮਾਈਨਸ ਕਰ ਸਕਦੇ ਸੀ। 1 ਮਾਈਨਸ ਬਾਈ ਵਾਲੀ ਪ੍ਰੋਪਰਟੀ ਕਿੰਨੀ ਸੀਗੀ 31/36। ਇਹਨੂੰ ਤੁਸੀਂ ਸੋਲਵ ਕਰੋਗੇ ਕਿੰਨਾ ਆ ਗਿਆ 36 × 36 ਮਾਈਨਸ 31 ਐਲਸੀਐਮ 36 ਆ ਗਿਆ। 36 ਨੂੰ 31 ਟਕੇ 5/36 ਆ ਗਿਆ। ਫਿਰ ਵੀ ਤਾਂ ਤੁਸੀਂ ਇਸ ਮੈਥਡ ਨਾਲ ਵੀ ਇਹਨੂੰ ਕਰ ਸਕਦੇ ਸੀ। ਫਾਰਮੂਲਾ ਕੀ ਸੀਗਾ 1 ਮਾਈਨਸ ਪੀ ਆਫ ਈ, फाइंड करना सी पी ऑफ ई नॉट। ये फार्मूला तुहानूं पहले वीडियो च मैं लिखाए हुए, ठीक है सारे समझ लगी बच्चे। दिस वाज द फार्मूला, क्लीयर हो गया। ये सी क्वेश्चन नंबर 21। क्वेश्चन नंबर 22 देखो बच्चे, ये उन्हें रैफर किया एग्जाम्पल नंबर 13 ठीक है। 13 की उन्हें कहता 2 डाइज जिहड़ियां हैगियां थ्रोन कीतियां गईयां और उन्होंने जोड़े दोनों के उपर नंबर आउणगे और दोनों को जो जोड़ के आप देखना भी जोड़ किन्ना किन्ना आ रहा है। सम ऑन 2 डाइस, ठीक है। वो या तो सम किन्ना बन सकता है, घट तो घट सम बन सकता 2 डाइस से 2 बन सकता। मान लो फस्ट डाई तो 1 आ गया और सैकेंड तो भी 1 आ गया। लो ठीक है, इदा आप देखा सीगा इदा किन्ना हो सकता वध तो वध सम दोनों से। इधर 1 है तो इधर भी मान लो 1 आ जाए तो 1 से 1 किन्ना बन जाएगा अपने को 2। 2 तो घट तो नहीं सम बन सकता, ठीक है। 0 तो बन नहीं सकता है, तो 1 + 1 2 तो बन ही सकता घट्टो घट, ठीक है। तो मैक्सीमम कितना बन सकता अपने को, क्योंकि वड्डे तो वड्डा नंबर अपने को 6 है और इधर भी वड्डे तो वड्डा नंबर अपने को कितना है 6। तो कितना बन जाएगा 6 ते 6 12, या फिर वध तो वध 12 जोड़ बन सकता दोनों का। तो आपने जोड़ के अकॉर्डिंगली, ठीक है, टेबल उन्हें बना के दिता होया है भी दोनों का जोड़ कितना बनता है भी जो 2 जोड़ बनता है दोनों का, ठीक है। सम 2 बनता तो वो किन्ने बनते हैं पेयर्स अपने को 1 पेयर ही बनता है। ये भी आप फस्ट वीडियो डिटेल नाल दोनों 2 डाइस वाली जी है डिस्ट्रीब्यूशन थोड़ा करके दिखाई सी मैं। तो टोटल आउटकम्स किन्ने बनते होंगे 6² 36 बनते हो। लैट्स सी कोई फिर देखते हैं तो इतने अपने को किमें बनता, तो मैं टेबल बना के दिखाया पहले ही फस्ट वीडियो सारा डिटेल ना थोड़ा बनाना भी सिखाया सी, ठीक है। ये तो उन्हें कहा भी जोड़ 2 बनता है, तो जोड़ 2 देखो कितने बनता है, 1 तो 1 2 इत्थे ही बनू पहला 1 ही इवेंट बन गया फेवरेबल। तो यदी प्रोबेबिलिटी कितनी बन गई, टोटल है सारे 36, तो 1/36 बन गया। फिर उन्हें कहा जोड़ 3 बनना चाहिए। 3 कितने कितने बनूगा देखो, या तो 2 ते 1 आ जाए तो भी 3 बनता, या 1 ते 2 आ जाए तो भी 3 बनता। तो किन्ने बन गए ये, किन्ने बन गए 2। फेवरेबल आउटकम किन्ने बन गए 2, टोटल फिर 36 की 2/36 आ गया। एंड देखो इत्थे जोड़ 4 वाले 3 ते 1 4, 2 ते 2 4, 1 ते 3 4, आही 3 बन गए, ठीक है। ये बन गए 3 का 3/36 बन गया। जोड़ 5 वाले 4 ते 1 5, 3 ते 2 5, 2 3 5, 1 ते 4 5, मतलब यदा की है भी 1 डाई तो 1 आ जाए, दूजी डाई तो 4 आ जाए, तो जोड़ 5 बन गया ना। तो 5 जोड़ वाले किन्ने बन गए 1 2 3 4, तो यदी प्रोबेबिलिटी कितनी बन जाएगी 4/36 यानी 1/9। मतलब हरेक जोड़ की प्रोबेबिलिटी जी हैगी आ सेम नहीं आ रही, डिफरेंट आ रही है ना। तो क्वेश्चन की है, क्वेश्चन के उन्हें जस्ट एक कंकलूजन है आप जोड़ा है देखना है। क्वेश्चन पुछ रहा आपू, एक स्टूडेंट ने कहता दसिया ए स्टूडेंट आर्ग्यूज दैट देयर आर 11 पॉसीबल आउटकम्स। कहता 11 आउटकम्स है 1 2 3 4 5 6 सॉरी 1 2 3 4 5 6 7 8 9 10 11 बन गए। 11 पॉसीबल आउटकम आओ कहता बच्चा कहता, तो कहता फिर इन्हों की हरेक की प्रोबेबिलिटी 1/11 क्यों नहीं बनती। आप पिछे पढ़िया है पहली वीडियो पढ़ा सी कि सम संभावी परिणाम होंगे है, मतलब इक्वली लाइकली आउटकम्स जो बनते होंगे फिर जी है प्रोबेबिलिटी सेम बनती होंगी है। बट देखो हरेक की जी देखोगे प्रोबेबिलिटी डिफरेंट आ रही। मैं तुम दिखा गया 1/36 2/36 3 यदा बना 4/36 एंड सो ऑन है ना, करते करते अपने को सारे डिफरेंट आ रहे हैं ना। बट बच्चा कह रहा है कि हरेक की प्रोबेबिलिटी 1/11 आऊ, क्यों नहीं 1/11 आ रही, बिकॉज दीज आर नॉट इक्वली लाइकली इवेंट्स, ठीक है। इक्वली लाइकली आउटकम्स नहीं मिल रहे अपन इतों, करके 1/11 नहीं हो सकती, ठीक है। जस्ट इन्हों डिस्कस करना से आप। क्वेश्चन नंबर 23 देखो बच्चे, क्वेश्चन नंबर 23 इंपॉर्टेंट क्वेश्चन है। ये भी आप रिजल्ट किया होया। अ गेम कंसिस्ट ऑफ टॉसिंग एक 1 रुपी कॉइन 3 टाइम्स। 1 रुपी कॉइन आप 3 टाइम्स जोड़ा है टॉस किया होया, ठीक है। तो एंड नोटिंग इट्स आउटकम ईच टाइम, तो हरेक वारी जो आउटकम आप नोट कर रहे हैं, हरेक वारी आउटकम नोट कर रहे हैं।
ਤਾਂ ਨੋਟ ਕਰਦੇ ਕਰਦੇ ਆਪਣੇ ਕੋਲ ਸੈਂਪਲ ਸਪੇਸ ਕੀ ਬਣੇਗੀ, ਯਾਨੀ ਕਿ ਕਿਹੜੇ ਕਿਹੜੇ ਇਵੈਂਟਸ ਬਣਨਗੇ। ਆਪਾਂ ਇਹ ਵੀ ਫਸਟ ਵੀਡੀਓ 'ਚ ਤੁਹਾਨੂੰ 3 ਕੁਆਇਨਸ ਵਾਲਾ ਜਿਹੜਾ ਹੈਗਾ ਮੈਂ ਦੱਸਿਆ ਸੀਗਾ ਵੀ ਇੱਕ ਕੁਆਇਨ ਦੇ ਆਊਟਕਮਸ ਕਿੰਨੇ ਹੁੰਦੇ ਹੈਗੇ, ਮੈਕਸਿਮਮ 2 ਹੁੰਦੇ ਹੈਗੇ ਆ। ਤਾਂ 3 ਕੁਆਇਨਸ ਦੇ ਜਾਂ 3 ਟਾਈਮ ਇੱਕ ਕੁਆਇਨ ਸੁੱਟਣ ਦੇ ਸੇਮ ਜਿਹੜਾ ਹੈਗਾ ਕੇਸ ਹੈਗਾ, ਤਾਂ ਕਿੰਨੇ ਆਊਟਕਮਸ ਬਣਦੇ ਹੁੰਦੇ ਆ ਆਪਣੇ ਕੋਲ 2 ਦੀ ਪਾਵਰ 3 ਕਿੰਨਾ ਬਣ ਜਾਣਗੇ, 8 ਬਣ ਜਾਣਗੇ। ਤਾਂ ਕਿਹੜੇ ਕਿਹੜੇ ਬਣਨਗੇ ਦੇਖਦੇ ਹਾਂ। ਪਹਿਲਾਂ ਆਪਾਂ ਇਹਨੂੰ ਆਊਟਕਮਸ ਲਿਖ ਲਈਏ, ਫਿਰ ਆਪਾਂ ਨੈਕਸਟ ਸਟੇਟਮੈਂਟ ਪੜ੍ਹ ਕੇ ਸਮ ਸੋਲਵ ਕਰਦੇ ਹੈਗੇ। ਕੀ ਕਹਿੰਦਾ ਹੈਗਾ ਕੁਐਸਚਨ ਨੰਬਰ 23, ਲੈਟਸ ਸੀ। ਉਹਨੇ ਕਿਹਾ ਕਹਿੰਦਾ 3 ਕੁਆਇਨਸ ਟੌਸ ਕੀਤੇ, ਠੀਕ ਹੈ। ਜਾਂ ਤਾਂ ਆ ਸਕਦੇ ਆਪਣੇ ਕੋਲੇ ਹੈਡ ਤਿੰਨਾਂ ਤੇ ਹੈਡ, ਤਿੰਨੇ ਵਾਰੀ ਹੈਡ ਆ ਗਿਆ, ਜਾਂ ਫਿਰ ਕੀ ਆਇਆ ਤਿੰਨੇ ਵਾਰੀ ਟੇਲ ਆ ਗਿਆ, ਜਾਂ ਫਿਰ ਕੀ ਆਇਆ ਪਹਿਲੇ ਵਾਰੀ ਹੈਡ ਫਿਰ ਟੇਲ ਆ ਗਿਆ, ਜਾਂ ਫਿਰ ਟੇਲ ਹੈਡ ਟੇਲ ਆ ਗਿਆ, ਠੀਕ ਹੈ। ਜਾਂ ਫਿਰ ਕੀ ਆ ਗਿਆ ਹੈਡ ਟੇਲ ਹੈਡ ਆ ਗਿਆ, ਠੀਕ ਹੈ ਜੀ। ਹੈਡ ਟੇਲ ਹੈਡ ਆ ਗਿਆ, ਜਾਂ ਫਿਰ ਆਪਣੇ ਕੋਲੇ ਹੈਡ ਟੇਲ ਆ ਗਿਆ, ਜਾਂ ਫਿਰ ਆ ਗਿਆ ਹੈਡ ਟੇਲ ਹੈਡ ਆ ਗਿਆ, ਠੀਕ ਹੈ। ਜਾਂ ਫਿਰ ਆਪਣੇ ਕੋਲੇ ਟੇਲ ਹੈਡ ਆ ਜਾਊਗਾ, ਟੇਲ ਹੈਡ। ਟੋਟਲ ਆਊਟਕਮਸ ਕਿੰਨੇ ਬਣ ਗਏ 1 2 3 4 5 6 7 ਐਂਡ 8, ਠੀਕ ਹੈ। ਤੁਹਾਨੂੰ ਦੱਸਿਆ ਸੀ ਨਾ, ਤਾਂ 2 ਦੀ ਪਾਵਰ 3 ਆਊਟਕਮਸ ਬਣਦੇ ਹੁੰਦੇ ਆ, ਮਤਲਬ 8 ਆਊਟਕਮਸ ਬਣਨੇ ਸੀ, ਆਹ ਵਾਲੇ ਬਣ ਗਏ। ਹੁਣ ਇਹਦੇ ਵਿੱਚੋਂ ਕੁਐਸਚਨ ਕੀ ਕਹਿੰਦਾ ਹੈਗਾ ਆਪਾਂ ਨੂੰ, ਲੈਟਸ ਸੀ ਵਨਸ ਅਗੇਨ। ਕੁਐਸਚਨ ਸੀਗਾ ਕਹਿੰਦਾ ਹਨੀਫ ਵਿਨਸ, ਹਨੀਫ ਨੂੰ ਵਿਨ ਕਰਦਾ ਹੈਗਾ, ਮਤਲਬ ਹਨੀਫ ਜਿੱਤ ਪ੍ਰਾਪਤ ਹੁੰਦੀ ਹੈਗੀ। ਇਫ ਆਲ ਦਾ ਟੌਸਿਸ ਗਿਵਸ ਦਾ ਸੇਮ ਰਿਜ਼ਲਟ, ਮਤਲਬ ਜਾਂ ਤਾਂ ਤਿੰਨਾਂ ਤੇ ਹੈਡ ਆ ਜੇ ਜਾਂ ਫਿਰ ਤਿੰਨਾਂ ਤੇ ਟੇਲ ਆ ਜੇ। ਇਟ ਮੀਨਸ 3 ਹੈਡਸ ਔਰ 3 ਟੇਲਸ, ਠੀਕ ਹੈ। ਤਿੰਨਾਂ ਦੇ ਸੇਮ ਰਿਜ਼ਲਟ ਆਉਣ ਤਿੰਨੇ ਵਾਰੀ, ਤਾਂ ਹਨੀਫ ਦੀ ਜਿੱਤ ਹੁੰਦੀ ਹੈ। ਸਮਝ ਲੱਗ ਗਈ ਨਾ, ਤਿੰਨਾਂ ਤੇ ਸੇਮ ਰਿਜ਼ਲਟ, ਜਾਂ ਤਾਂ ਤਿੰਨੇ ਹੈਡ ਆਉਣ ਜਾਂ ਫਿਰ ਤਿੰਨੇ ਟੇਲ ਆਉਣ। ਤਾਂ ਹੁਣ ਕੁਐਸਚਨ ਕੀ ਪੁੱਛ ਲਿਆ ਉਹਨੇ, ਅਦਰਵਾਈਜ਼ ਉਹ ਜਿਹੜਾ ਹੈਗਾ ਲੂਜ਼ ਕਰਦਾ ਹੈਗਾ। ਕੈਲਕੂਲੇਟ ਦਾ ਪ੍ਰੋਬੇਬਿਲਿਟੀ ਦੈਟ ਹਨੀਫ ਵਿਲ ਲੂਜ਼ ਦਾ ਗੇਮ। ਹੁਣ ਪ੍ਰੋਬੇਬਿਲਿਟੀ ਫਾਈਂਡ ਇਹ ਕਰਨੀ ਹੈਗੀ ਆਪਾਂ ਕਿ ਜਿਹੜਾ ਹੈਗਾ ਉਹ ਗੇਮ ਨੂੰ ਲੂਜ਼ ਕਰਦਾ ਹੈਗਾ। ਤੇ ਲੂਜ਼ ਕਦੋਂ ਕਰਦਾ ਆਪਾਂ ਦੱਸਿਆ ਹੈਗਾ, ਵਿਨ ਕਦੋਂ ਕਰਦਾ ਜਦੋਂ ਸੇਮ ਰਿਜ਼ਲਟ ਆਉਂਦੇ ਹੈਗੇ ਆ। ਇਟ ਮੀਨਸ ਜਦੋਂ ਸੇਮ ਨਹੀਂ ਆਉਣਗੇ ਫਿਰ ਲੂਜ਼ ਕਰੂਗਾ ਉਹ। ਨਾ ਕੁਐਸਚਨ ਕੀ ਸੀ ਆਪਣਾ, ਲੈਟ ਸੀ ਆਪਣੇ ਕੋਲ ਵਾਲੇ ਜਿਹੜੇ ਹੈਗੇ ਆਊਟਕਮਸ ਆ ਗਏ ਸੀਗੇ। ਤਾਂ ਇਹਦੇ ਵਿੱਚੋਂ ਦੇਖੋ ਅਕੋਰਡਿੰਗ ਟੂ ਫਾਈਂਡ ਕਰਨਾ ਸੀ ਆਪਾਂ ਹਨੀਫ ਵਿਲ ਲੂਜ਼ ਦਾ ਮੈਚ, ਠੀਕ ਹੈ। ਲੂਜ਼ ਕਦੋਂ ਕਰੂਗਾ, ਇਹਦੇ ਅਕੋਰਡਿੰਗਲੀ ਲੂਜ਼ ਵਾਲੇ ਫੇਵਰੇਬਲ ਕਿੰਨੇ ਬਣਦੇ ਆ। ਵਿਨ ਕਦੋਂ ਕਰਦਾ ਸੀ ਜਦੋਂ ਤਿੰਨੇ ਹੈਡ ਆਉਣ ਜਾਂ ਫਿਰ ਤਿੰਨੇ ਟੇਲ ਆਉਣ, ਇੱਥੇ ਵਿਨ ਕਰਦਾ, ਠੀਕ ਹੈ ਉਹ। ਤੇ ਬਾਕੀ ਫਿਰ ਕੀ ਰਹਿ ਗਏ, ਲੂਜ਼ ਵਾਲੇ ਰਹਿ ਗਏ ਆਪਣੇ ਕੋਲ ਕਿੰਨੇ ਰਹਿ ਗਏ 1 2 3 4 5 6। ਤੇ ਲੂਜ਼ ਵਾਲੇ ਫੇਵਰੇਬਲ ਕਿੰਨੇ ਬਣ ਗਏ 6, ਔਰ ਟੋਟਲ ਆਊਟਕਮਸ ਕਿੰਨੇ ਸੀ ਆਪਣੇ ਕੋਲੇ 8। ਤਾਂ ਰਿਕੁਆਇਰਡ ਆਂਸਰ ਕਿੰਨਾ ਬਣ ਗਿਆ 2 3 6 2 4 8, ਦੈਟ ਇਜ਼ 3/4 ਆਂਸਰ ਆਏਗਾ। ਗੱਲ ਸਮਝ ਲੱਗੀ। ਕੁਐਸਚਨ ਨੂੰ ਜਿਹੜਾ ਧਿਆਨ ਨਾਲ ਸਮਝਣਾ ਹੈਗਾ, ਔਰ ਈਜ਼ੀਲੀ ਜਿਹੜਾ ਹੈਗਾ ਸੋਲਵੇਬਲ ਕੁਐਸਚਨ ਹੈਗਾ, ਔਰ ਔਖਾ ਕੁਛ ਵੀ ਨਹੀਂ ਹੈਗਾ, ਠੀਕ ਹੈ। ਸਮਝ ਲੱਗੀ ਬੱਚੇ। ਤੇ ਕੁਐਸਚਨ ਨੰਬਰ 24 ਕੀ ਕਹਿੰਦਾ ਬੱਚਾ ਆਪਣੇ ਕੋਲੇ, ਏ ਡਾਈਜ਼ ਥਰੋਨ ਟਵਾਈਸ, ਇੱਕ ਡਾਈ ਨੂੰ 2 ਵਾਰੀ ਸੁੱਟਿਆ ਗਿਆ। ਫਿਰ ਆਪਾਂ ਕੁਐਸਚਨ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ 22 ਦੇ ਵਿੱਚ ਸੇਮ ਗੱਲ ਕਹੀ ਆਉਣੀ, ਏ ਡਾਈਜ਼ ਥਰੋਨ ਟਵਾਈਸ, ਇੱਕੋ ਡਾਈ ਨੂੰ 2 ਵਾਰੀ ਸੁੱਟਿਆ ਗਿਆ। ਹੁਣ ਮੈਂ ਗੱਲ ਕਲੀਅਰ ਕਰਦੇ ਹਾਂ, ਪਹਿਲਾਂ ਵੀ ਸੀ ਇੱਥੇ ਲਿਖਿਆ ਵੀ ਆ ਕੁਐਸਚਨ ਦੇ ਵਿੱਚ ਵੀ ਥਰੋਇੰਗ ਏ ਡਾਈ ਟਵਾਈਸ and throwing 2 dice simultaneously are treated as the same experiment, ਮਤਲਬ ਦੋਨੋਂ ਇੱਕੋ ਗੱਲ ਹੀ, ਠੀਕ ਹੈ। ਤਾਂ ਉਹਨੇ ਕਹਿੰਦਾ ਇੱਕੋ ਡਾਈ ਨੂੰ 2 ਵਾਰੀ ਸੁੱਟਿਆ ਗਿਆ। what is the probability that 5 will not come up either time, ਵੀ ਦੋਨਾਂ ਥਰੂਆਂ ਦੇ ਵਿੱਚ 5 ਤਾਂ ਆਵੇ ਹੀ ਨਾ, ਠੀਕ ਹੈ, 5 ਨਾ ਆਵੇ। ਤੇ ਆਪਾਂ ਹੁਣ ਜੋ ਗੱਲ ਕਰਦੇ ਹਾਂ ਪਹਿਲਾਂ ਪੜ੍ਹ ਕੇ ਹਟੇ ਹੈਗੇ ਹਾਂ, ਜਦੋਂ ਆਪਣੇ ਕੋਲ 2 ਡਾਈਜ਼ ਥਰੋ ਕਰਦੇ ਆਪਾਂ, ਤਾਂ ਟੋਟਲ ਆਊਟਕਮਸ ਕਿੰਨੇ ਬਣਦੇ ਹੁੰਦੇ ਆਪਣੇ ਕੋਲੇ, ਟੋਟਲ ਆਊਟਕਮਸ ਹੁੰਦੇ ਹੈਗੇ 6 ਦਾ ਸਕੁਅਰ, ਕਿਉਂਕਿ ਇੱਕ ਵਾਰੀ 6 ਹੁੰਦੇ ਹੈਗੇ ਆ, ਤਾਂ 2 ਵਾਰੀ 6 ਦਾ ਸਕੁਅਰ ਹੋ ਜਾਂਦਾ, ਮਤਲਬ 36 ਆਊਟਕਮ ਬਣ ਜਾਂਦਾ ਟੋਟਲ ਆਪਣੇ ਕੋਲੇ, ਠੀਕ ਹੈ। ਟੋਟਲ ਆਊਟਕਮਸ ਕਿੰਨੇ ਬਣ ਜਾਂਦੇ 36। ਤੇ ਹੁਣ ਉਹਨੇ ਪੁੱਛਿਆ ਹੈਗਾ ਵੀ ਉਹ ਵਾਲੇ ਆਊਟਕਮਸ ਲੈਣੇ ਆਪਾਂ ਜਦੋਂ 5 ਨਾ ਆਵੇ, 5 ਵਿਲ ਨਾਟ ਕਮ ਅਪ ਆਈਦਰ ਟਾਈਮ, ਵੀ 5 ਤਾਂ ਇੱਕੋ ਵਾਰੀ ਕਿਸੇ ਵਾਰੀ ਵੀ ਨਾ ਆਵੇ, ਠੀਕ ਹੈ। ਹੁਣ ਆਪਾਂ ਦੇਖਿਆ ਸੀ ਹੁਣੇ ਵੀ ਜਦੋਂ 5 ਜਦੋਂ ਵੀ ਆਉਂਦਾ ਤਾਂ ਕਿਹੜੇ ਕਿਹੜੇ ਆਊਟਕਮਸ ਬਣਦੇ, ਲੈਟਸ ਸੀ ਵਨਸ ਅਗੇਨ। ਆਪਣੇ ਕੋਲ ਹੈ 5 ਕਦੋਂ ਆਉਂਦਾ ਤੇ ਕਿੰਨੇ ਬਣਦੇ 5 ਵਾਲੇ, ਆਪਾਂ ਉਹ ਕੱਢ ਦਾਂਗੇ ਵਿੱਚੋਂ। ਇਹ ਸਾਰੇ ਆਊਟਕਮਸ ਅਗੇਨ ਆਪਾਂ, ਠੀਕ ਹੈ, ਦੇਖੇ ਸੀਗੇ ਔਰ ਲਿਖੇ ਵੀ ਸੀ ਪਹਿਲਾਂ ਵੀ ਆਪਾਂ।
ਹੁਣ ਦੇਖਣੇ 5 वाले आउटकम किन्ने बनते, देखो 5 ਨਾਲ स्टार्ट, इत्थे 5 आ रहे अपने को 1 2 3 4 5 6, ठीक है जी। और इधर भी आ रहा है 7 8 9 10 11 12, किन्ने बन गए भी 12 बन गए फेवरेबल आउटकम। नहीं जी 12 नहीं बनने, क्योंकि आप गलत की किता दसो, कितने गलती हुई अपनी, अपने जोड़ा 5 5 है 2 बारी काउंट कर लिया, आप इधरों भी काउंट कर गए इधरों भी काउंट कर गए, ठीक है। 12 नहीं है, इट मीनस किन्ने है अपने को 11, 6 इधर तो 7 8 9 10 ਤੇ 11, 11 वाले 11 वो आउटकम्स बनते हैं जिन्हों 5 आ रहा है। आपने पता किहड़े करने सीगे जिन्हों 5 नहीं आ रहा, इट मीनस बाकी रह गए अपने को टोटल किन्ने सी 36, तो 36 चों 11 माइनस कर दो तो फेवरेबल किन्ने रह गए अपने को 25। लेट्स सी, तो फेवरेबल किन्ने बन गए, फेवरेबल आउटकम्स किन्ने बन गए टोटल सीगे 36, तो जिन्हों के 5 आ रहा वो किन्ने है अपने को 11, तो किन्ने रह गए 25 रह गए अपने को, ठीक है। तो प्रोबेबिलिटी ऑफ क्वेश्चन सी अपने को, तो प्रोबेबिलिटी कितनी आ गई बच्चे दी अपने को फेवरेबल आउटकम 25 आ गए सीगे और टोटल आउटकम कितने सी 36, ठीक है। प्रोबेबिलिटी ऑफ 5 विल नॉट कम अप आइदर टाइम, 5 तो बिना वाले जोड़े आउटकम्स गिनने से कितने 25 से अपने को, तो टोटल कितने 36 से, तो 25/36 जोड़े अपने को आंसर आ गया इसका फर्स्ट पार्ट का, ठीक है। हम सैकेंड पार्ट चो की पूछा से अपने को, उन्हें सैकेंड पार्ट पूछा उन्हें अपने को पूछा उन्हें 5 विल कम अप एट लीस्ट वंस, मतलब 5 घट्टो घट्ट एक बारी तो आवे जरूर आवे, ठीक है। इट मीनस आपने आ उल्ट कढ़ लिया वह, ये तो आप जोड़ा है उल्ट कढ़ लेंगे किदा जो अपने को, तो क्वेश्चन बन गया अपने को भी ये आप रेसिप्रोकली फाइंड करना, ठीक है। हम किमें आऊगा अपने को प्रोबेबिलिटी ऑफ गेटिंग 5 एट लीस्ट वंस, एट लीस्ट वंस घट्टो घट एक बारी तो आवे, दो बारी वाला भी गिनना है। तो टोटल कितने बने से अपने को 11 ही बने थे, वो ऐसे भी आप गिन ले टोटल 11 बने से, तो टोटल 36 है, 11/36 भी आंसर आप सीधा ही लिख सकते हैं। जे इवें नहीं तो दूजा मैथड भी समझाया है कि कढ़ते होने आप प्रोबेबिलिटी ऑफ ई फाइंड करनी आप, तो 1 माइनस ई नॉट कर दो, कितना सीगा 1 माइनस ई नॉट आप कढ़िया 25/36, ये चो माइनस कर लो कितना आ गया 36 माइनस 25/36, अगेन कितना आ गया अपने को 11/36। तुसी इस मैथड नाल भी कर सकते हो, अदरवाइज ये भी ठीक है, ठीक है। समझ लगी भी, अपने बस फेवरेबल आउटकम फाइंड करने हैं अकॉर्डिंग टू क्वेश्चन, ध्यान ना पढ़ना है कि पूछा अपन, समझ लगी बच्चे। लास्ट क्वेश्चन है सकता विच ऑफ द फॉलोइंग आर्गूमेंट्स आर करैक्ट, हाँ जी। इफ 2 कॉइनस आर टॉस साइमल्टेनियसली, 2 कॉइन टॉस किए जाते अपन पता वो जो आउटकम्स किहड़े बनते होंगे है 4 आउटकम्स बन गए, दोनों हैड दोनों टेल, 1 हैड 1 टेल तो 1 टेल 1 हैड, ठीक है। देयर आर 3 पॉसीबल आउटकम्स, ये कहता 3 पॉसीबल आउटकम्स बनते हैं किहड़े 2 हैड्स, एक 2 हैड्स वाला, एक 2 टेल्स वाला एंड 1 ऑफ ईच, और 1 ऑफ ईच, बाकी कहता एक बनता है। देयरफॉर द ईच ऑफ दीज आउटकम्स द प्रोबेबिलिटी इज़ 1/3, कहता प्रोबेबिलिटी हरेक की 1/3 बनती है, कहता एक आर्गूमेंट सही है गलत है नहीं, क्योंकि आप हमने पढ़िया कि जो आप 2 कॉइन टॉस करते हैं, ठीक है। क्वेश्चन नंबर आप पढ़ते हैं लास्ट 25 का फर्स्ट पार्ट, जो 2 कॉइन टॉस करते हैं आप तो किहड़े अपने को आउटकम्स आते हैं हैड हैड, टेल टेल, टेल हैड, हैड टेल, ठीक है। हरेक की जो प्रोबेबिलिटी फाइंड करते हैं, प्रोबेबिलिटी ऑफ हैड हैड कितना आएगा, क्योंकि एक ही है तो टोटल आउटकम आप 4 ही गिनते हैं, तो कितना आएगा 1/4 आएगा, ठीक है। तो सिमिलरली जो फाइंड करते हैं प्रोबेबिलिटी ऑफ टेल टेल, ये भी 1 ही है, तो टोटल आउटकम कितने आएगा 3, 1/4 आएगा, 4 सॉरी है ना टोटल। सिमिलरली प्रोबेबिलिटी ऑफ जो फाइंड करांगे आप प्रोबेबिलिटी ऑफ 1 हैड, हुण 1 हैड देखो इत्थे भी 1 हैड है तो इत्थे भी 1 हैड आ, ये किन्ने बन गए फेवरेबल आउटकम किन्ने बन गए 2 बन गए, तो यदी प्रोबेबिलिटी टोटल है 4, 1/2 आ गया। वंस अगेन 1 हैड की पूछा आप 1 हैड वाले किन्ने है दिस 1 एंड दिस 1, 2 बन गए, 2/4 1/2 आ गया, ठीक है। तो 1/3 तो कितने भी नहीं ना आ रहा है, इट मीनस ये है फर्स्ट आर्गूमेंट इज रॉन्ग, ठीक है।
ਸੈਕਿੰਡਲੀ ਉਹਨੇ ਗੱਲ ਪੁੱਛੀ ਆਪਣੇ ਕੋਲੇ, ਇਫ ਏ ਡਾਈ ਇਜ਼ ਥਰੋਨ, ਕਹਿੰਦਾ ਇੱਕ ਜੇ ਡਾਈ ਆਪਾਂ ਸੁੱਟਦੇ ਹੈਗੇ ਆ, ਦੇਰ ਆਰ 2 ਪੋਸੀਬਲ ਆਊਟਕਮਸ, ਕਿਹੜੇ ਕਿਹੜੇ, ਐਨ ਔਡ ਨੰਬਰ ਔਰ ਐਨ ਈਵਨ ਨੰਬਰ, ਕਹਿੰਦਾ ਜਾਂ ਤਾਂ ਕੋਈ ਔਡ ਨੰਬਰ ਆਊਗਾ ਤੇ ਜਾਂ ਫਿਰ ਈਵਨ ਨੰਬਰ ਆਊਗਾ। ਦੇਅਰਫੋਰ ਦ ਪ੍ਰੋਬੇਬਿਲਿਟੀ ਆਫ ਗੈਟਿੰਗ ਐਨ ਔਡ ਨੰਬਰ ਇਜ਼ 1/2, ਤਾਂ ਫਿਰ ਕਹਿੰਦਾ ਇੱਕ ਪ੍ਰੋਬੇਬਿਲਿਟੀ ਔਡ ਨੰਬਰ ਗੈਟ ਕਰਨ ਦੀ ਪ੍ਰੋਬੇਬਿਲਿਟੀ 1/2 ਬਣਦੀ ਹੈ। ਹਾਂ, ਇਹ ਜਿਹੜਾ ਲਗਭਗ ਸਹੀ ਹੈਗਾ। ਕਿਵੇਂ ਸਹੀ ਹੈਗਾ ਆਪਾਂ ਐਕਸਪਲੇਨ ਕਰਦੇ ਹੈਗੇ ਹਾਂ। ਇੱਥੇ ਹੁਣ ਕਿਆ ਹੈਗਾ ਵੀ ਇੱਕ ਡਾਈ ਟੌਸ ਕੀਤੀ ਗਈ ਹੈਗੀ ਆ, ਠੀਕ ਹੈ। ਜਦੋਂ ਡਾਈ ਟੌਸ ਕਰਦੇ ਹੈਗੇ ਆਪਾਂ, ਡਾਈ ਲਿਖ ਲਓ ਜਾਂ ਡਾਈਸ ਲਿਖ ਲਓ, ਉਹਦੇ ਪਤਾ 1 2 3 4 5 ਐਂਡ 6 ਆਪਾਂ ਦੇਖਿਆ ਹੋਇਆ ਨਾ ਡਾਈਸ, ਠੀਕ ਹੈ। ਇਸ ਤਰ੍ਹਾਂ ਕਰਕੇ ਆਪਣੇ ਕੋਲ 6 ਜਿਹੜੇ ਹੈਗੇ ਇਹਦੇ ਪਾਸੇ ਹੁੰਦੇ ਹੈਗੇ। ਇਹਦੇ ਵਿੱਚ ਔਡ ਨੰਬਰ ਤੇ ਈਵਨ ਨੰਬਰ ਜਿਹੜੇ ਹੈਗੇ ਫਾਈਂਡ ਕਰਨੇ ਪਹਿਲਾਂ ਆਪਾਂ। ਤਾਂ ਔਡ ਨੰਬਰਸ ਕਿੰਨੇ ਬਣਦੇ ਆਪਣੇ ਕੋਲ, ਦੇਖੋ 1 3 ਐਂਡ 5, ਯਾਨੀ ਕਿ 1 3 ਐਂਡ 5 ਹੋ ਗਏ। ਤੇ ਈਵਨ ਕਿਹੜੇ ਬਣਦੇ ਹੈਗੇ ਆਪਣੇ ਕੋਲੇ, ਈਵਨ ਬਣਦੇ 2 4 ਐਂਡ 6, ਇਹ ਵੀ 3 ਬਣਦੇ ਆ, ਇਹ ਵੀ 3 ਬਣਦੇ ਆ। ਜਦੋਂ ਆਪਾਂ ਪ੍ਰੋਬੇਬਿਲਿਟੀ ਫਾਈਂਡ ਕਰਾਂਗੇ, ਪ੍ਰੋਬੇਬਿਲਿਟੀ ਆਫ ਔਡ ਕਿੰਨਾ ਹੈਗਾ ਆਪਣੇ ਕੋਲੇ, ਫੇਵਰੇਬਲ ਕਿੰਨੇ ਹੈਗੇ ਆ 3, ਟੋਟਲ ਕਿੰਨੇ ਹੈਗੇ ਆ 6, ਤਾਂ ਕੈਂਸਲ ਹੋ ਗਿਆ, ਕਿੰਨਾ ਆ ਗਿਆ 1/2 ਆ ਗਿਆ। ਤੇ ਇਹੀ ਕੁਐਸਚਨ 'ਚ ਕਿਹਾ ਸੀ ਵੀ ਪ੍ਰੋਬੇਬਿਲਿਟੀ ਆਫ ਕਹਿੰਦਾ ਔਡ ਕਿੰਨੀ ਬਣੇਗੀ 1/2। ਸਿਮਿਲਰਲੀ ਪ੍ਰੋਬੇਬਿਲਿਟੀ ਆਫ ਈਵਨ ਵੀ ਕਿੰਨੀ ਬਣੇਗੀ ਆਪਣੇ ਕੋਲੇ, ਇਹ ਵੀ 3 ਬਣਦੇ ਹੈਗੇ ਆ, ਤਾਂ ਟੋਟਲ ਕਿੰਨੇ 6 ਹੈਗੇ ਆ, ਇਹ ਵੀ 1/2 ਹੀ ਆਏਗਾ, ਸੇਮ ਆਏਗੀ, ਕਿਉਂਕਿ ਇਹ ਦੋਨੋਂ ਇਕੁਅਲੀ ਲਾਈਕਲੀ ਜਿਹੜੇ ਹੈਗੇ ਆਊਟਕਮਸ ਬਣਦੇ ਹੈਗੇ ਆ। ਸਮਝ ਲੱਗੀ ਬੱਚੇ। ਤਾਂ ਇਹ ਸੀ ਆਪਣਾ ਕੁਐਸਚਨ ਨੰਬਰ 25 ਐਂਡ ਦੈਟ ਵਾਸ ਦ ਲਾਸਟ ਕੁਐਸਚਨ ਆਫ ਦਿਸ ਐਕਸਰਸਾਈਜ਼। ਇਹਦੇ ਨਾਲ ਆਪਣੀ ਜਿਹੜੀ ਹੈਗੀ ਐਕਸਰਸਾਈਜ਼ ਕੰਪਲੀਟ ਹੋ ਗਈ ਹੈ, ਠੀਕ ਹੈ। ਔਰ ਇਸ ਐਕਸਰਸਾਈਜ਼ ਦੇ ਵਿੱਚੋਂ ਕੋਈ ਵੀ ਕੁਐਸਚਨ ਜਿਹੜੇ ਸਮਝ ਨਾ ਲੱਗੇ ਤਾਂ ਤੁਸੀਂ ਜਿਹੜਾ ਕਮੈਂਟ ਬਾਕਸ ਕਮੈਂਟ ਕਰਕੇ ਪੁੱਛ ਸਕਦੇ ਹੋ ਕੁਐਸਚਨ, ਠੀਕ ਹੈ। ਔਰ ਵੈਰੀ ਈਜ਼ੀ ਔਰ ਬਹੁਤ ਹੀ ਇੰਪੋਰਟੈਂਟ ਐਕਸਰਸਾਈਜ਼ ਹੈਗੀ, ਠੀਕ ਹੈ। ਸਾਰੀ ਕੰਸੈਪਟ ਨੂੰ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜਾਵੇ, ਔਰ ਤੁਸੀਂ ਆਪਣੇ ਆਪ ਟਰਾਈ ਕਰਨੀ ਹੈ, ਠੀਕ ਹੈ। ਜੇ ਤੁਸੀਂ ਆਪਣੇ ਆਪ ਟਰਾਈ ਕਰੋਗੇ ਫਿਰ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗੂਗੀ। ਸੋ ਥੈਂਕਸ ਫॉर ਵਾਚਿੰਗ, ਐਂਡ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈਗਾ, ਠੀਕ ਹੈ। ਸੋ ਮਿਲਦੇ ਨੈਕਸਟ ਵੀਡੀਓ 'ਚ ਔਰ ਨੈਕਸਟ ਚੈਪਟਰ ਲੈ ਕੇ। ਥੈਂਕ ਯੂ ਵੈਰੀ ਮਚ।